जून 1984 च वापरे साका नीला तारा की 37वीं वरेगंढ मौके श्री अकाल तख्त साहिब विखे घल्लूकारा दिवस मनाया गया। इस दे नाल ही खालिस्तान जिंदाबाद के नारिਆਂ ਨੂੰ ਛੱਡ के श्री अकाल तख्त साहिब विखे मनाया गया। घल्लूकारा दिवस अमन अमान नाल समाप्त हो गया। प्रो पंजाब टीवी साइड पे आ जाओ भाजी विच
ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਮੈਨੇਜਰ ਸ੍ਰੀ ਦਰਬਾਰ ਸਾਹਿਬ ਪਰਸੋਂ ਦੇ ਰੋਜ਼ੇ ਤੋਂ ਸ੍ਰੀ ਅਖੰਡ ਪਾਠ ਸਾਹਿਬ ਤੀਜੇ ਘੱਲੂਘਾਰੇ ਜੂਨ 84 37ਵੇਂ ਘੱਲੂਘਾਰੇ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰੋਗਰਾਮ ਸਨ। ਸੰਪੂਰਨ ਭੋਗ ਪਏ ਹਨ। ਉਪਰੰਤ ਰਾਗੀ ਸਿੰਘਾਂ ਨੇ ਹਰਜਸ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ ਹੈ। ਅੰਮ੍ਰਿਤ ਵੇਲੇ ਤੋਂ ਹੀ ਬੇਅੰਤ ਸੰਗਤਾਂ ਗੁਰੂ ਘਰ ਵਿਖੇ ਤਿਲ ਫੁੱਲ ਲੈ ਕੇ ਹਾਜ਼ਰੀਆਂ ਭਰ ਰਹੀਆਂ ਨੇ। ਸਾਰੀਆਂ ਸੰਗਤਾਂ ਨੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਅਤੇ ਕੋਟ-ਕੋਟ ਪ੍ਰਣਾਮ ਕੀਤਾ ਹੈ। ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਬੇਅੰਤ ਸੰਗਤਾਂ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਰਹੀਆਂ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਇਸ ਦਿਹਾੜੇ ਨੂੰ ਸਮੁੱਚੇ ਸੰਸਾਰ ਦੇ ਵਿੱਚ ਬੜੇ ਦੁਖੀ ਹਿਰਦੇ ਦੇ ਨਾਲ ਮਨਾਇਆ ਜਾ ਰਿਹਾ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ, ਭਾਈ ਅਮਰੀਕ ਸਿੰਘ ਜੀ, ਭਾਈ ਠਾਰਾ ਸਿੰਘ, ਜਰਨਲ ਸ਼ਬੇਗ ਸਿੰਘ ਔਰ ਹੋਰ ਮਰਜੀਵੜੇ ਸਿੱਖਾਂ ਨੇ ਪਾਵਨ ਗੁਰਧਾਮ ਦੀ ਜੋ ਮਰਜ਼ਾਦਾ ਸੀ ਔਰ ਆਨ ਸ਼ਾਨ ਨੂੰ ਕਾਇਮ ਰੱਖਦਿਆਂ ਹੋਇਆਂ ਸ਼ਹਾਦਤ ਦੇ ਜਾਮ ਪੀਤੇ। ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਦਿਆਂ ਹੋਇਆਂ ਔਰ ਉਹ ਜਿਹੜੀ ਪੀੜ ਆ ਜਿਹਨੂੰ ਸ਼ਬਦਾਂ ਵਿੱਚ ਨਾ ਬੋਲ ਕੇ ਦੱਸਿਆ ਜਾ ਸਕਦਾ ਹੈ ਔਰ ਨਾ ਉਸ ਜਿਹੜਾ ਦਰਦ ਹੈ ਨਾ ਉਹ ਅਸਹਿ ਤੇ ਕਹਿ ਸੀ, ਉਸ ਦਰਦ ਨੂੰ ਅਨੁਭਵ ਕਰਦਿਆਂ ਹੋਇਆਂ ਔਰ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਦਿਆਂ ਹੋਇਆਂ ਘੱਲੂਘਾਰਾ ਦਿਵਸ ਮਨਾਉਂਦਿਆਂ ਹੋਇਆਂ ਜਿੱਥੇ ਸਾਰੇ ਪਾਵਨ ਪਵਿੱਤਰ ਸਥਾਨਾਂ ਤੇ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਰਸੋਂ ਵਾਲੇ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ। ਅੱਜ ਉੱਥੇ ਭੋਗ ਪਏ ਨੇ। ਉਸੇ ਤਰ੍ਹਾਂ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਵਿਖੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਔਰ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਪਰਸੋਂ ਵਾਲੇ ਰੋਜ਼ ਤੋਂ ਜੋ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ ਉਹਨਾਂ ਦੇ ਭੋਗ ਪਏ ਨੇ। ਉਪਰੰਤ ਅਗੰਮੀ ਬਾਣੀ ਦਾ ਕੀਰਤਨ ਗਾਇਨ ਹੋਇਆ ਹੈ। ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸ੍ਰੀ ਮੁਖ ਵਾਕ ਹੋਏ ਨੇ ਔਰ ਸੰਪੰਨਤਾ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਲਈ, ਸਿੱਖਾਂ ਲਈ ਗੁਰਦੁਆਰੇ ਕੇਵਲ ਪੂਜਣ ਵਾਲਾ ਸਥਾਨ ਹੀ ਨਹੀਂ, ਸਗੋਂ ਕਿ ਸਿੱਖਾਂ ਦੇ ਉਸ ਮਹਾਨ ਪਵਿੱਤਰ ਸਥਾਨ ਦੇ ਵਿੱਚ ਜਾਗਤ ਜੋਤ ਦਸਾਂ ਗੁਰੂਆਂ ਦੀ ਮਾਨਸਿਕ ਆਤਮਿਕ ਸ਼ਕਤੀ ਉੱਥੇ ਬਿਰਾਜਮਾਨ ਹੁੰਦੀ ਹੈ। ਸਾਰੀ ਕੌਮ ਆਪਣੇ ਗੁਰੂ ਦੇ ਸਥਾਨ ਤੇ ਆ ਕੇ ਨਤਮਸਤਕ ਹੋ ਕੇ ਜੀਵਨ ਦੀ ਸੇਧ ਲੈਂਦੀ ਹੈ। ਹਰ ਧਰਮ ਦੇ ਲੋਕਾਂ ਨੂੰ ਆਪਣੇ ਧਰਮ ਦੇ ਸਥਾਨ ਬਹੁਤ ਪਿਆਰੇ ਹੈ, ਲੇਕਿਨ ਸਿੱਖਾਂ ਦੀ ਇੱਕ ਵਿਲੱਖਣਤਾ ਹੈ ਕਿ ਸਿੱਖਾਂ ਦੇ ਸਥਾਨ ਸਿੱਖਾਂ ਨੂੰ ਆਪਣੀ ਜਾਨ ਤੋਂ ਪਿਆਰੇ ਹੈ। ਇਹ ਆਪਣਾ ਆਪਾ ਮਿਟਾ ਸਕਦੇ ਹੈ, ਆਪਣੇ ਧਰਮ ਸਥਾਨ ਨੂੰ ਕੋਈ ਆਂਚ ਨਹੀਂ ਆਉਣ ਦਿੰਦੇ। ਇਹਨਾਂ ਨੇ ਹਮੇਸ਼ਾ ਹੀ ਇੱਥੋਂ ਸ਼ਕਤੀ ਲਈ, ਭਗਤੀ ਲਈ ਔਰ ਮਰ ਮਿਟਣ ਦੀ ਅਵਸਥਾ ਲੈ ਕੇ ਆਪਣਾ ਜੀਵਨ ਕੁਰਬਾਨ ਕੀਤਾ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਬਹੁਤ ਸ਼ਰਧਾ ਤੇ ਸਤਿਕਾਰ ਦੇ ਨਾਲ 1984 ਦਾ ਜੋ ਘੱਲੂਘਾਰਾ ਵਾਪਰਿਆ ਸੀ ਉਹਦੇ ਸੰਬੰਧ ਵਿੱਚ ਹਰ ਸਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਕੀਰਤਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਕੌਮ ਨੂੰ ਸੰਦੇਸ਼ ਦਿੰਦੇ ਹੈ ਚੜ੍ਹਦੀ ਕਲਾ ਵਿੱਚ ਰਹਿਣ ਵਾਸਤੇ ਅਤੇ ਸਾਰਿਆਂ ਨੂੰ ਇਕੱਤਰ ਹੋ ਕੇ ਇਹਨਾਂ ਮਹਾਨ ਸ਼ਹੀਦਾਂ ਦੀ ਜ਼ਿੰਦਗੀ ਜਿਹੜੀ ਹੈ ਉਹਦੇ ਲਈ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਅਸੀਂ ਸਤਿਕਾਰ ਦਿੰਦੇ। ਅੱਜ ਵੀ ਉਸੇ ਤਰ੍ਹਾਂ ਬਦਸਤੂਰ ਹਰ ਸਾਲ ਦੀ ਤਰ੍ਹਾਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਮਹਾਨ ਸ਼ਹੀਦਾਂ ਨੂੰ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ,
ਜਨਰਲ ਸੁਬੇਗ ਸਿੰਘ ਜੀ, ਬਾਬਾ ਅਮਰੀਕ ਸਿੰਘ, ਭਾਈ ਅਮਰੀਕ ਸਿੰਘ ਜੀ, ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਸੰਗਤਾਂ ਅਨੇਕਾਂ ਦੀ ਗਿਣਤੀ ਵਿੱਚ ਇੱਥੇ ਪਹੁੰਚੀਆਂ ਸਨ। ਉਹ ਵੀ ਆਪਣੀਆਂ ਜਾਨਾਂ ਵਾਰ ਗਈਆਂ, ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਸਾਰਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸਿੰਘ ਸਾਹਿਬ ਜੀ ਨੇ ਇਸੇ ਤਰ੍ਹਾਂ ਕੌਮ ਨੂੰ ਇਕੱਠੇ ਰਹਿਣ ਦੀ, ਏਕਤਾ 'ਚ ਰਹਿਣ ਦੀ ਔਰ ਆਪਣੀ ਜ਼ਿੰਦਗੀ ਨੂੰ ਤਾਕਤਵਰ ਬਣਾਉਣ ਵਾਸਤੇ ਵੱਡਾ ਉਪਦੇਸ਼ ਦਿੱਤਾ। ਮੈਂ ਜਿੱਥੇ ਆਪਣੇ ਵੱਲੋਂ ਵੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸ਼ਰਧਾ ਦੇ ਫੁੱਲ ਭੇਂਟ ਕਰਦੀ ਹਾਂ, ਉੱਥੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੀ ਹਾਂ ਕਿ ਸੱਚੇ ਪਾਤਸ਼ਾਹ ਪਾਪੀ ਕੋ ਦੰਡ ਦਿਓ ਰੇ। ਜਿਨ੍ਹਾਂ ਤਾਕਤਾਂ ਨੇ, ਜਿਸ ਹਕੂਮਤ ਨੇ, ਕਾਂਗਰਸ ਦੀ ਹਕੂਮਤ ਨੇ 1984 ਦੇ ਵਿੱਚ ਸਾਡੇ ਜਾਨ ਤੋਂ ਪਿਆਰੇ ਗੁਰਧਾਮ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਗੋਲੀਆਂ ਮਾਰੀਆਂ, ਛਲਣੀ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਵਿੱਚ ਗੋਲੀ ਮਾਰੀ। ਅੱਜ ਸਿੱਖ ਸਾਰੇ ਉੱਥੇ ਤੜਪ ਰਹੇ ਹੈ ਔਰ ਜੋ ਵੀ ਆ ਕੇ ਦਰਸ਼ਨ ਕਰਦਾ, ਮੇਰਾ ਖਿਆਲ ਹੈ ਹਰ ਇੱਕ ਦੀ ਅੱਖ ਕੱਲੀ ਨਮ ਹੀ ਨਹੀਂ ਹੁੰਦੀ। ਉੱਥੇ ਕਈ ਕਿਲਕਾਰੀਆਂ ਮਾਰ ਕੇ ਵੀ ਰੋਏ, ਪੁੱਬਾਂ ਮਾਰ ਕੇ ਵੀ ਰੋਏ ਅਤੇ ਹੌਕੇ ਭਰ ਕੇ ਵੀ ਗਏ। ਉਹ ਸਾਰਾ ਸੀਨ, ਉਹ ਸਾਰਾ ਦ੍ਰਿਸ਼ ਸਾਰੀ ਦੁਨੀਆ ਜਿਹੜੀ ਹੈ ਆਪਣੀਆਂ ਅੱਖਾਂ ਸਾਹਮਣੇ ਦੇਖ ਰਹੀ ਹੈ। ਔਰ ਉਹ ਫਿਰ ਸਾਡੇ ਜਿਹੜੇ ਪੱਛ ਸਨ ਅੱਜ ਫਿਰ ਬਲੁੰਦਰੇ ਗਏ, ਅੱਜ ਫਿਰ ਛਿੱਲੇ ਗਏ ਤੇ ਉਹ ਸਾਰਾ ਦਾਸਤਾਨ ਜਿਹੜੀ ਸੀ ਅੱਖਾਂ ਸਾਹਮਣੇ ਫਿਰ ਲੰਘੀ। ਤੇ ਜਿਹੜੇ ਕੌਮ ਦੀ ਪਨੀਰੀ ਸੀ, ਜਿਨ੍ਹਾਂ ਨੇ ਉਹ ਦਰਦ ਆਪਣੀਆਂ ਅੱਖਾਂ ਨਾਲ ਨਹੀਂ ਸੀ ਦੇਖਿਆ, ਅੱਜ ਜਦੋਂ ਉਹ ਅੱਖਾਂ ਨਾਲ ਦੇਖ ਰਹੇ ਹੈ ਕਿ ਸਾਡੇ 10 ਗੁਰੂਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੀ ਹਿੱਕ ਵਿੱਚ ਗੋਲੀ ਵੱਜੀ ਔਰ ਉਹ 90 ਪੰਨੇ ਤੱਕ, 90 ਅੰਕ ਤੱਕ ਪਹੁੰਚੀ, ਚੀਰਦਿਆਂ ਤੇ ਉਹ ਜ਼ਖਮ ਜਿਹੜੇ ਸੀ ਜਦੋਂ ਅੱਜ ਦੇਖ ਰਹੇ ਹੈ ਤੇ ਸਾਰੇ ਜਿਹੜੇ ਹੈ ਗਮਗੀਨ ਹੋ ਜਾਂਦੇ ਹੈ, ਉਦਾਸ ਹੋ ਜਾਂਦੇ ਹੈ। ਜਿਸ ਤਰ੍ਹਾਂ ਤੁਸੀਂ ਸਾਰੇ ਅੱਜ ਦੇਖ ਰਹੇ ਸੀ ਕਿ ਸੰਗਤਾਂ ਕਿੰਨੀਆਂ ਗਮਗੀਨ ਸਨ। ਸ਼੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਹੋਇਆ, ਉਹ ਸਾਡੇ ਵਾਸਤੇ ਚਾਨਣ ਮੁਨਾਰਾ ਸੀ। ਉਹ ਸਥਾਨ ਸਾਨੂੰ ਬਹੁਤ ਵੱਡੀ ਸੇਧ ਦਿੰਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਖਤ ਸਾਜਿਆ, ਮੀਰੀ ਪੀਰ ਦਾ ਸਿਧਾਂਤ ਦਿੱਤਾ। ਅਸੀਂ ਧਰਮ ਨੂੰ ਉੱਪਰ ਰੱਖ ਕੇ ਰਾਜਨੀਤੀ ਕਰਨੀ ਹੈ। ਕਿਹੜੀ ਰਾਜਨੀਤੀ? ਜਿਹੜੀ ਸਰਬੱਤ ਦਾ ਭਲਾ ਮੰਗੇ। ਕਿਹੜੀ ਰਾਜਨੀਤੀ? ਜਿਹੜੀ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਉਹ ਦਾ ਪੈਗਾਮ ਦੇਵੇ। ਕਿਹੜੀ ਰਾਜਨੀਤੀ? ਜਿਹੜੀ ਸਭਨਾਂ ਨੂੰ ਇਹ ਸੰਦੇਸ਼ ਦੇਵੇ ਕਿ ਨਾ ਕੋ ਵੈਰੀ ਨਹੀਂ ਬਿਗਾਨਾ। ਕਿਹੜੀ ਰਾਜਨੀਤੀ ਕਰਨੀ ਹੈ? ਜਿਹੜੀ ਸਾਰਿਆਂ ਨੂੰ ਬੁੱਕਲ ਵਿੱਚ ਲੈ ਕੇ ਹਰ ਇੱਕ ਨੂੰ ਬਰਾਬਰਤਾ ਦਾ ਅਧਿਕਾਰ ਦੇਵੇ ਅਤੇ ਸਾਰਿਆਂ ਨੂੰ ਇਕਮੁੱਠ ਹੋ ਕੇ ਚੜ੍ਹਦੀ ਕਲਾ ਦੇ ਨਾਲ ਜਿਉਣ ਦੀ ਜਿਹੜੀ ਮੌਕਾ ਦੇਵੇ, ਜਾਂਚ ਦੇਵੇ। ਜੇ ਗੁਰੂ ਨੇ ਦਿੱਤੀ ਹੈ ਤੇ ਉਹਦੇ ਅਨੁਸਾਰ ਆਪਾਂ ਚੱਲਣਾ। ਸੋ ਉਹ ਸਮਾਗਮ ਕੀਤੇ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਜਿਹੜੀ 4 ਜੂਨ ਤੋਂ ਲਗਾਤਾਰ ਉਹ ਵੀ ਮੈਂ ਅਰਦਾਸ ਕਰਦੀ ਸੱਚੇ ਪਾਤਸ਼ਾਹ ਸੰਗਤਾਂ ਨੂੰ ਰਜ਼ਾ ਵਿੱਚ ਰਹਿਣ ਦੀ ਤਾਕਤ ਬਖਸ਼ੀ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਕੋਈ ਵੀ ਪਾਣਾ ਵਰਤਿਆ ਉਹਦੇ ਵਾਸਤੇ ਰਜ਼ਾ ਵਿੱਚ ਰਹਿਣ ਵਾਸਤੇ ਹੀ ਸਾਨੂੰ ਸਾਰਿਆਂ ਨੂੰ ਹਿੰਮਤ ਨਾਲ ਜਰਨ ਦੀ ਵੀ ਸ਼ਕਤੀ ਦਿੱਤੀ ਹੈ। ਇਹ ਸਾਡੇ ਸਾਰਿਆਂ ਵਾਸਤੇ ਪੈਗਾਮ ਹੈ ਤੇ ਨਾਲ ਹੀ ਸਾਨੂੰ ਸਾਰਿਆਂ ਨੂੰ ਜੋ ਇੱਕ ਬਹੁਤ ਉਤਸ਼ਾਹ ਮਿਲਦਾ ਕਿ ਸੂਰਾ ਸੋ ਪਹਿਚਾਨੀਏ ਜੋ ਲਰਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡਾ ਖੇਤ। ਇਹ ਸਾਰੀਆਂ ਗੱਲਾਂ ਤੋਂ ਅਸੀਂ ਅੱਜ ਇੱਥੇ ਨਮਸਕਾਰ ਕਰਦੇ ਹਾਂ ਤੇ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਅੱਜ ਅਸੀਂ ਇੱਕ ਹੋਰ ਵੀ ਮੈਂ ਆਪ ਜੀ ਨੂੰ ਜਾਣਕਾਰੀ ਦੇਣੀ ਚਾਹੁੰਦੀ ਹਾਂ ਕਿ ਕਿਉਂਕਿ ਜ਼ਖਮ ਬਹੁਤ ਹੋਏ ਔਰ ਉਹ ਜ਼ਖਮ ਜਦੋਂ ਅਸੀਂ ਇੱਕ ਇੱਕ ਕਰਕੇ ਦੇਖਦੇ ਹੈ ਤੇ ਕੌਮ ਜਿਹੜੀ ਹੈ ਉਹ ਦਰਦ ਵਿੱਚ ਚਲੀ ਜਾਂਦੀ ਹੈ, ਬਹੁਤ ਵੱਡੇ ਵਿਰਾਗ ਜਾਂਦੀ। ਕੱਲ ਵੀ ਅਸੀਂ ਜੋ ਹਰ ਕੀ ਪੌੜੀ ਵਿੱਚ ਉਸ ਵੇਲੇ ਮਹਾਨ ਗ੍ਰੰਥ ਸਭਾਇਮਾਨ ਸੀ ਉਹਦੇ ਦਰਸ਼ਨ ਕਰਨ ਵਾਸਤੇ ਗਏ ਔਰ ਉੱਥੇ ਜਾ ਕੇ ਦੇਖ ਕੇ ਫਿਰ ਸਾਡਾ ਸਾਰਿਆਂ ਦਾ ਮਨ ਕੰਬਿਆ ਕਿ ਉਸ ਮਹਾਨ ਗ੍ਰੰਥ ਵਿੱਚ ਜਿਹੜੀ ਲੰਗਰ ਵਾਲੇ ਪਾਸੇ ਤੋਂ ਪਿੱਛੋਂ ਤੋਂ ਗੋਲੀ ਵੱਜੀ ਉਹ ਤਕਰੀਬਨ 4.5 ਇੰਚ ਵਿੱਚੋਂ ਗ੍ਰੰਥ ਦੇ ਵਿੱਚੋਂ ਲੰਗੀ, ਗ੍ਰੰਥ ਵਿੱਚ ਲੱਗੀ ਤੇ ਉਸ ਗ੍ਰੰਥੀ ਦੇ ਉੱਤੇ ਵੀ ਜਿਹੜੀ ਵੱਜੀ ਉਹ ਉੱਥੇ ਕਾਇਲ ਹੋ ਗਿਆ। ਸੋ ਇਹ ਸਾਰਾ ਦਰਦ ਜਿਹੜਾ ਅਸੀਂ ਜਿਉਂ-ਜਿਉਂ ਫੋਲਦੇ ਹਾਂ ਤਿਉਂ ਤੋਂ ਹਿਰਦਾ ਕੰਬਦਾ ਕਿ ਅਸੀਂ ਤੇ ਸਾਰੇ ਭੁੱਲ ਬੈਠੇ, ਕਈਆਂ ਨੂੰ ਪਤਾ ਹੀ ਨਹੀਂ ਸੀ, ਪਰ ਜਿਹੜਾ ਅਸੀਂ ਸਾਰਾ ਉਹ ਖੋਜ ਕਰਨ ਦੀ ਗੱਲ ਸ਼ੁਰੂ ਕੀਤੀ ਹੈ ਤੇ ਜਦੋਂ ਅਸੀਂ ਜਾ ਕੇ ਕੱਲ ਫਿਰ ਸਾਰਿਆਂ ਨੇ ਫਿਰ ਉਹੀ ਖੂਹ ਦੇਖਿਆ
ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਸਾਰੇ ਦੇ ਸਮੇਂ ਦਾ ਸੀਗਾ, ਜਿਹੜਾ ਅਜੇ ਵੀ ਉਹ ਸਾਨੂੰ ਯਾਦ ਕਰਾਉਂਦਾ ਹੈ ਕਿ ਉਸ ਖੂਹ ਦੇ ਪਾਣੀ ਦੇ ਜਲ ਵਿੱਚੋਂ ਅਸੀਂ ਕਿਤੇ ਪ੍ਰਕਰਮਾਂ ਨੂੰ ਇਸ਼ਨਾਨ ਕਰਾਉਂਦੇ ਸੀ, ਕਿਤੇ ਲੰਗਰ ਵਿੱਚ ਵਰਤਦੇ ਸੀ। ਉਹ ਸਾਰੇ ਸਰੋਤ ਸਾਡੇ ਜਿਹੜੇ ਹੈ ਉਹ ਸੰਗਤ ਦੀ ਜਾਣਕਾਰੀ ਵਾਸਤੇ ਲਿਆਉਣੇ ਜ਼ਰੂਰੀ ਹੈ। ਜਿਹੜੀ ਖਜ਼ਾਨਾ ਜਿਹੜੀ ਡਿਓੜੀ ਹੈ ਉਹ ਵੀ ਸਾਰੇ ਅਸੀਂ ਕੱਲ੍ਹ ਦੇਖ ਕੇ ਆਏ, ਔਰ ਨਾਲ ਜਗ੍ਹਾ ਅਸੀਂ ਢੂੰਡ ਰਹੇ ਹਾਂ ਕਿ ਜਲਦੀ ਅਸੀਂ ਪੱਤਰੇ ਜਿਹੜੇ ਹੈ ਉਹ ਡਿਸਪਲੇ ਕਰਾਂਗੇ। ਜਿਹੜੇ ਪੱਤਰਿਆਂ 'ਚ ਜਿਹੜੇ ਮਹਾਰਾਜ ਰਣਜੀਤ ਸਿੰਘ ਜੀ ਦੇ ਵੇਲੇ ਪੱਤਰੇ ਲੱਗੇ ਸੀ, ਉਹ ਪੱਤਰੇ ਜਿਹੜੇ ਛਲਣੀ ਕੀਤੇ ਹੈ, ਗੋਲੀਆਂ ਦੇ ਨਿਸ਼ਾਨ ਲੱਗੇ ਹੈ, ਉਹ ਅਸੀਂ ਛੇਤੀ ਡਿਸਪਲੇ ਕਰਾਂਗੇ। ਔਰ ਬਹੁਤ ਜਲਦੀ ਅਸੀਂ ਜਿਹੜੀ ਸ਼ਹੀਦਾਂ ਦੀ ਗੈਲਰੀ ਹੈ ਉਹ ਅਜਾਇਬ ਘਰ ਦੀ ਤੌਰ ਦੇ ਉੱਤੇ, ਮਿਊਜ਼ੀਅਮ ਦੀ ਤੌਰ ਦੇ ਉੱਤੇ ਜਲਦੀ ਉਸਾਰ ਕੇ ਉਹ ਸੰਗਤ ਦੇ ਸਾਹਮਣੇ ਅਸੀਂ ਰੱਖਾਂਗੇ ਔਰ ਸਪੁਰਦ ਕਰਾਂਗੇ ਸੰਗਤ ਦੇ ਦਰਸ਼ਨਾਂ ਵਾਸਤੇ। ਬਹੁਤ ਜਲਦੀ ਥੋੜ੍ਹੇ ਸਮੇਂ 'ਚ ਉਹ ਅਸੀਂ ਇਸ ਗੱਲ ਨੂੰ ਸੰਪੂਰਨਤਾ ਦੇਵਾਂਗੇ। ਇੱਕ ਹੋਰ, ਕਿਉਂਕਿ ਅੱਜ ਵੱਡਾ ਦਰਦ ਅਸੀਂ ਚੱਲ ਰਹੇ ਹਾਂ, ਜਿਹੜਾ ਅੱਜ ਮਾਨਵਤਾ ਦੀ, ਮਨੁੱਖਤਾ ਦੀ ਬਹੁਤ ਵੱਡੀ ਪੀੜ ਬਣੀ ਹੋਈ ਹੈ, ਉਹ ਹੈ ਕਰੋਨਾ ਕੋਵਿਡ-19, ਜਿਹੜਾ ਮਹਾਮਾਰੀ ਦੇ ਰੂਪ ਵਿੱਚ ਅੱਜ ਦੇਸ਼ ਵਿੱਚ ਫੈਲਿਆ ਹੋਇਆ। ਦੁਨੀਆ ਭਰ ਦੇ ਲੋਕ ਇਸ ਗੱਲ ਨਾਲ ਹਿੱਲ ਗਏ ਕਿ ਇਹ ਬਿਮਾਰੀ ਦਾ ਇਲਾਜ ਨਹੀਂ, ਪਰ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ, ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ, ਧਾਰਮਿਕ ਜਥੇਬੰਦੀਆਂ, ਸਮਾਜ ਸੇਵੀ ਜਥੇਬੰਦੀਆਂ ਲਗਾਤਾਰ ਉਹਦੇ ਨਾਲ ਜੂਝ ਰਹੀਆਂ ਹਨ। ਜੇ ਸਰਕਾਰਾਂ ਨੇ ਕਦਮ ਬਹੁਤੇ ਵੱਡੇ ਨਹੀਂ ਚੁੱਕੇ, ਜੇ ਸਰਕਾਰਾਂ ਨੇ ਅੱਜ ਕਈ ਵਾਰੀ ਦਵਾਈਆਂ ਵਿੱਚ ਵੀ, ਵੈਕਸੀਨ ਵਿੱਚ ਵੀ ਬਹੁਤ ਵੱਡੀਆਂ ਅਣਗਹਿਲੀਆਂ ਵੀ ਕੀਤੀਆਂ ਤੇ ਹਸਪਤਾਲਾਂ ਦੇ ਵਿੱਚ ਕੋਈ ਇਲਾਜ ਵਾਸਤੇ ਪ੍ਰਬੰਧ ਨਹੀਂ ਕਰ ਸਕੇ ਪੁਖਤਾ, ਤੇ ਮੈਂ ਸਮਝਦੀ ਹਾਂ ਕਿ ਅੱਜ ਦੇਸ਼ ਅਤੇ ਵਿਦੇਸ਼ ਦੀਆਂ ਸੰਗਤਾਂ ਨੇ ਆਪਣੇ ਹੱਥੀਂ ਆਪਣਾ ਆਪੇ ਹੀ ਕਾਰਜ ਸਵਾਰੀ ਹੈ ਦੇ ਮਹਾਵਾਕ ਅਨੁਸਾਰ ਇਹ ਸਾਰੇ ਕਾਰਜ ਨੂੰ ਹੱਥਾਂ ਵਿੱਚ ਲੈ ਕੇ ਬਹੁਤ ਵੱਡੀ ਸੇਵਾ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰ੍ਹਾਂ ਪਹਿਲੇ ਤੋਂ ਲੈ ਕੇ ਲਗਾਤਾਰ 1.5 ਸਾਲ ਤੋਂ ਇਹ ਜ਼ਿੰਮੇਵਾਰੀ ਨਿਭਾਉਂਦੀ ਆਈ ਹੈ, ਕਦੇ ਗੁਰੂ ਕੇ ਲੰਗਰਾਂ ਦੀ ਸੇਵਾ, ਕਦੀ ਵੈਕਸੀਨ ਦੀ ਸੇਵਾ, ਕਦੇ ਕੰਸਨਟ੍ਰੇਟਰ ਲਾ ਕੇ ਆਕਸੀਜਨ ਦੀ ਸੇਵਾ, ਉਹਦੇ ਲੰਗਰਾਂ ਦੀ ਸੇਵਾ, ਹੁਣ ਫਿਰ ਵੈਕਸੀਨ ਦੀ ਸੇਵਾ। ਭਾਵੇਂ ਅਸੀਂ ਮੁੱਲ ਲਿਆਉਂਦੇ ਹਾਂ, ਸੰਕਟ ਸਾਡੇ 'ਤੇ ਵੀ ਆਰਥਿਕ ਤੌਰ ਦੇ ਉੱਤੇ, ਲੇਕਿਨ ਖਰੀਦ ਕੇ ਵੀ ਅਸੀਂ ਸੰਗਤ ਨੂੰ ਫ੍ਰੀ ਇਲਾਜ ਵਾਸਤੇ ਵਰਤਦੇ ਹਾਂ। ਉਹ ਇਸ ਕਰਕੇ ਕਿ ਕੋਈ ਰਹਿ ਨਾ ਜਾਵੇ। ਇਹ ਬਿਮਾਰੀ ਦਾ ਨਾਸ਼ ਤਾਂ ਹੋਏਗਾ ਜੇ ਅਸੀਂ ਇਹਦੀ ਮੁੱਢ ਤੋਂ ਫੜ ਲਈਏ। ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੀ, ਤੁਹਾਡੀ ਸੇਵਾ 'ਚ ਅਜੇ ਵੀ ਸ਼੍ਰੋਮਣੀ ਕਮੇਟੀ ਹਾਜ਼ਰ ਹੈ। ਲਗਾਤਾਰ ਇਹ ਚੱਲਦੇ ਰਹਿਣਗੇ ਜਦ ਤੱਕ ਇਸ ਬਿਮਾਰੀ ਦਾ ਖਾਤਮਾ ਨਹੀਂ ਹੁੰਦਾ। ਇੱਕ ਹੋਰ, ਕੱਲ੍ਹ ਹੀ ਅਸੀਂ ਬੈਠੇ ਐਗਜ਼ੈਕਟਿਵ ਦੀ ਸਾਰੀ ਮੈਂਬਰ ਸਨ, ਅਸੀਂ 1-2 ਫੈਸਲੇ ਕੀਤੇ ਹੈ ਜਿਹੜੇ ਕਿ ਮਾਨਵਤਾ ਦੀ ਸੇਵਾ ਵਿੱਚ ਅਸੀਂ ਹਾਜ਼ਰ ਕਰਨੇ ਚਾਹੁੰਦੇ ਹਾਂ। ਜਿੰਨੇ ਕਰੋਨਾ ਕਰਕੇ ਸਾਡੇ ਬੱਚੇ ਅਨਾਥ ਹੋਏ ਜਾਂ ਕਿਸੇ ਦਾ ਬਾਪ ਚਲਾ ਗਿਆ, ਬੱਚਾ ਛੋਟਾ ਹੈ, ਉਹਦਾ ਕੋਈ ਸਹਾਰਾ ਨਹੀਂ ਰਹਿ ਗਿਆ ਕਮਾਈ ਦਾ, ਘਰ ਦਾ, ਉਹਨਾਂ ਦੇ ਸਾਰੇ ਬੱਚਿਆਂ ਨੂੰ ਅਸੀਂ ओन करांगे। देखा भी शहीद हो गए वो सब, है ना, अपने हक और हकूक और लोगों के हक और हकूक की बात करते हुए। सो उसी के लिए नतमस्तक होने आए हैं, श्री गुरु रामदास पातशाह के दरबार में नतमस्तक होने आए हैं। फिर क्या कहना चाहेंगे, जैसे ब्लूज साहब एनिवर्सरी में गुरु ग्रंथ साहब जी को प्रकट किया गया था, हाँ जी, शोभित किया गया था, क्या कहना चाहते हैं एनिवर्सरी में? नहीं, गुरु ग्रंथ साहब की देखो सरकार ने कितना समय तक अपना पुरजोर कोशिश की, भी जो उस टाइम सरकार ने हमारे ऊपर जुल्म किया, जबर किया, वो सामने ना आए। आज 37 साल बाद भी इतिहास अपने आप ये सच बोल रहा है और आप लोगों के सामने वो सब चीज़ें, वो सब घटनाएं और उन सब जिस तरह इमारत हमारी दरबार साहब की 300 गोलियां लगी, श्री गुरु ग्रंथ साहब घायल हुए, वो गोली सुखमी साहब की एक पन्ने पर जाके रुकी, और जो सब किया, जितनी शहीदियां हुई, जो बेदोषे और बेगुनाह हमारे बच्चों को, हमारी माताओं को और बहनों को, लोगों को मारा गया। सो एवरीथिंग इज कमिंग फॉरवर्ड नाउ, दिस इज व्हाट वी नीड टू अंडरस्टैंड। जो सच है, ट्रुथ है, वो कभी नहीं छुपता। अपने आप किसी टाइम एक कलेक्टिव कॉन्शियसनेस देखो कैसे पंजाब में पैदा हो गई है इस चीज़ को लेके। आज जाब्ते में रह के अब पीसफुली हम कैसे अपने आप को इस चीज़ से शिक्षा भी दे रहे हैं, हम प्रेरणा भी दे रहे हैं, हम अपने आप को सेध भी दे रहे हैं जो हमारे साथ उस टाइम हुआ, ताकि अब पंजाब को क्या सीखना है
क्या डायरेक्शन होनी चाहिए हमारी, कैसे हमें एके में रह के काम करना चाहिए, ये सब इसी घटना के बाद, उसी वर्तारे के बाद या 1984 में जो कुछ हमारी कौम के ऊपर हुआ, उसी के बाद हम सीख के आगे बढ़ रहे हैं। सर 37 साल हो गए, अभी तक इंसाफ नहीं मिला, केस चल रहा है, हाँ जी। किसको दोषी मानते हो, सरकार किसको मानते हो? दोषी तो एक पॉलिटिकल सिस्टम है ना, और पॉलिटिकल सिस्टम ने जो इस देश के इंस्टीट्यूट्स हैं, उन इंस्टीट्यूट्स के ऊपर भी अपनी किसी न किसी तरह डोमिनेंस पैदा कर रखी है। इंसाफ लेने जाते हैं तो वो पॉलिटिकल सिस्टम और सरकार कोई भी हो, उस टाइम कांग्रेस थी, आज बीजेपी है, वही काम कर रहे हैं, है ना। सो पॉलिटिकल सिस्टम ही ऐसा बना हुआ है भी आप अपने हक की आवाज़ लगाएं तो सही। एक साइड हमारे जो रक्षा मंत्री हैं, वो देखिए सिख बटालियन को आप उनको चूड़ते निशान रहे पंथ महाराज के, या राज करेगा खालसा, देख तेग फतेह, पंथ की जीत, ये नारा वहाँ बुलंद करने के लिए बोलते हैं बॉर्डर्स पे। पर वही नारा जब हम अपने हक लेने के लिए, आज हमारा किसान आंदोलन चल रहा है, वहाँ बुलंद करते हैं तो आपको एंटी नेशनल या किसी और ठप्पे लगा दिए जाते हैं, आपको वो टैग लगा दिए जाते हैं। सो ये पॉलिटिकल सिस्टम ही एक ऐसा बना हुआ है जो न्याय नहीं लेने देगा आपको, उनकी डोमिनेंस हर इंस्टीट्यूट के ऊपर दिखती है। तो आज स्पेशल आप न्यूज़ चाहते हो, आज मक्का देखने आए हैं, आप पे टैग भी लगा था गवर्नमेंट ने खालिस्तान का। देखिए बात ये है, मैंने आपको वही बोला ना, आप अपने हक की बात करें, आपको एंटी नेशनल बोलेंगे, आपको देशद्रोही बोलेंगे, आपको खालिस्तानी बोल देंगे। बात ये है भी किसी भी तरह की एस्पिरेशन, सुप्रीम कोर्ट ये बोलता है भी अगर पीसफुल एस्पिरेशन हो, चाहे वो खालिस्तान हो, उसको भी स्पेस होनी चाहिए इस डेमोक्रेसी में। और जो मैच्योर डेमोक्रेसीज होती हैं वो वाकई हर एस्पिरेशन को स्पेस देती हैं, पर अपने यहाँ उस अगर हम स्पेस नहीं दे रहे तो कोई ना कोई प्रॉब्लम हमारे रूलिंग क्लास में है, जो क्लास इस देश को रूल करती है उसमें है। आप खालिस्तान की डिमांड करते हैं, जैसे बाकी सिख करते हैं कि खालिस्तान नहीं, मैं फेडरल जो सिस्टम है या फेडरल एक ढांचा है जिसको खुद मुख्तियारी बोलते हैं, जो हमारे राज्य हैं, है ना, हमारे देश के जो सभी राज्य हैं, उनको ज़्यादा उनके अधिकार देने की बात करता हूँ, क्योंकि उनके पास अगर प्रॉपर फेडरल सिस्टम नहीं होगा तो वो पॉलिसीज मेकिंग में कहीं ना कहीं प्रॉब्लम होती रहेगी, जो कि हो रही है। आज जो कृषि कानून नए बने हैं वो एक्चुअली में स्टेट सब्जेक्ट है, उस स्टेट सब्जेक्ट को सेंट्रल गवर्नमेंट अपने हाथ में लेके बना रही है, तो उसी से तनाव और टकराव पैदा हुआ है ना। सो जब तक हम अपने फेडरल सिस्टम के ऊपर वापस नहीं आएंगे और वो सब अधिकार जो स्टेट्स के पास होने चाहिए उनको नहीं देंगे, तो प्रॉब्लम बड़ी हमारी ग्रेव और सीरियस होती रहेगी। कल एक सिख मार्च निकाला गया, फेडरल सिख का, खालिस्तान डे मनाना चाहिए आज के दिन पे, आपका क्या कहना है? देखिए मैं आपको अभी क्लियर कर चुका हूँ, अगर सुप्रीम कोर्ट भी ये बोलता है भी पीसफुल एस्पिरेशन को स्पेस देनी चाहिए, तो पीसफुल एस्पिरेशन को स्पेस दे ना। एक मैच्योर डेमोक्रेसी की यही खासियत होती है। अगर हम इन सब जो एक डेमोक्रेसी के पास एक कैरेक्टरिस्टिक्स होने चाहिए उनको नहीं समझेंगे तो कहीं ना कहीं प्रॉब्लमैटिक एरियाज बनते जाएंगे अपने आप। एज ए सिख आप लोगों को क्या मैसेज देंगे? 37 साल हो गए, अभी तक आपको इंसाफ नहीं मिला है। देखो, एज अ सिख मैं मैसेज यही दूंगा, एक तो सिख कभी भी हिंसक नहीं हो सकता, सिख के मनों में, उनके दिलों में कभी हिंसा नहीं हो सकती। तो हम एक तो पीसफुल रहें, जाब्ते में रहें, और एक सांझीवालता, आपसी प्यार और सांझ का संदेश देते रहें, यही मैसेज है। लास्ट क्वेश्चन सर, आप स्पेशल आज यहाँ माथा खाली ब्लू स्टार एनिवर्सरी में ही आए हैं माथा टेकने? हाँ जी, ब्लू स्टार एनिवर्सरी को ही माथा टेकने? हाँ जी, हाँ जी। आज क्योंकि हम अपना शहीदी सप्ताह मना रहे हैं, शहीदी हफ्ता मना रहे हैं, उसके लिए बहुत संगत यहाँ नतमस्तक होने आई है, और इसीलिए मैंने आपको बोला है, उससे हमें प्रेरणा और सेध लेनी है, तो वही एक कोशिश है। चलो लोग बराबर 37 साल हो चुके ਨੇ ਜੀ, ਜੱਸੇ ਹੁਣ ਗੁਰੂ ਗ੍ਰੰਥ ਸਾਹਿਬ ਵੀ ਸਾਹਮਣੇ ਲਿਆਂਦੇ ਗਏ ਨੇ, ਜੋ ਉਸ ਸਮੇਂ ਜਿਹੜੇ ਸੀਗੇ ਉਹ ਇੰਜਰਡ ਹੋਏ ਸੀਗੇ। ਕਿਸ ਤਰ੍ਹਾਂ ਦੇਖਦੇ ਹੋ ਹੁਣ ਜੋ ਸ਼੍ਰੋਮਣੀ ਅਕਾਲੀ ਦਲ ਜਾਂ ਐਨਜੀਪੀਸੀ ਕਰ ਰਹੀ ਹੈ ਇਹ ਨੀਵੇਂ ਕਰੋ ਥੋੜੇ ਜਿਹਾ ਥੱਲੇ। ਸਿੱਖ ਕੌਮ ਅੱਜ ਦਾ ਦਿਨ ਘੱਲੂਘਾਰਾ ਦਿਵਸ ਮਨਾਉਂਦੇ ਹੈ, ਜਿਸ ਦਿਨ 37 ਸਾਲ ਪਹਿਲਾਂ ਇੰਦਰਾ ਗਾਂਧੀ, बीजेपी, CPI, CPM ਤੇ ਹੋਰ ਜਿੰਨੀਆਂ ਵੀ ਹਿੰਦੁਸਤਾਨ ਦੀਆਂ ਪਾਰਟੀਆਂ, ਉਹਨਾਂ ਨੇ ਇਕੱਠੇ ਹੋ ਕੇ
ਦਰਬਾਰ ਸਾਹਿਬ ਦੇ ਉੱਤੇ ਸਿਰਫ ਆਪਣੀ ਫੌਜ ਦੇ ਨਾਲ ਨਹੀਂ, ਪਰ ਬਰਤਾਨੀਆ ਤੇ ਸੋਵੀਅਤ ਰੂਸ ਦੀ ਫੌਜਾਂ ਦੇ ਨਾਲ ਇੱਕ ਸਟੇਟਲੈਸ ਸਿੱਖਾਂ ਦੇ ਉੱਤੇ ਹਮਲਾ ਕੀਤਾ। ਔਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਿਹਾ ਸੀ ਕਿ ਜਿੱਦਣ ਫੌਜਾਂ ਦਰਬਾਰ ਸਾਹਿਬ 'ਚ ਆ ਗਈਆਂ ਤਾਂ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ। ਜਿਹੜੇ ਰਵਾਇਤੀ ਅਕਾਲੀ ਸੀ ਉਹਨਾਂ ਨੇ ਇੰਦਰਾ ਗਾਂਧੀ ਤੇ ਨਰਸਿਮਹਾ ਰਾਓ ਨੂੰ ਵਿਸ਼ਵਾਸ ਦਿਵਾਇਆ ਕਿ ਸਾਡੇ ਹੱਥ ਹਕੂਮਤ ਤਾਂ ਆ ਸਕਦੀ ਹੈ ਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਦਰਬਾਰ ਸਾਹਿਬ ਦੇ ਵਿੱਚੋਂ ਬਾਹਰ ਕੱਢੋਗੇ। ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਇੰਦਰਾ ਗਾਂਧੀ ਨੂੰ ਕਿ ਜਿੱਦਣ ਫੌਜ ਲੱਗ ਗਈ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੱਥ ਖੜੇ ਕਰਕੇ ਬਾਹਰ ਆ ਜਾਣਗੇ। ਪਰ ਇਹੋ ਜਿਹਾ ਸੂਰਮਾ ਅਸੀਂ ਬਾਬਾ ਦੀਪ ਸਿੰਘ ਤੋਂ ਬਾਅਦ ਦੇਖਿਆ। ਜਦੋਂ ਬਾਬਾ ਦੀਪ ਸਿੰਘ ਨੇ ਦਰਬਾਰ ਸਾਹਿਬ ਦੀ ਰੱਖਿਆ, ਜਦੋਂ ਅਬਦਾਲੀ ਨੇ ਹਮਲਾ ਕੀਤਾ ਸੀ ਦਰਬਾਰ ਸਾਹਿਬ 'ਤੇ, ਉਸੇ ਤਰ੍ਹਾਂ ਹੀ ਕੀਤਾ। 72 ਘੰਟੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ, ਜਨਰਲ ਸ਼ਬੇਗ ਸਿੰਘ ਨੇ, ਠਾਰਾ ਸਿੰਘ ਜੀ ਨੇ, ਅਮਰੀਕ ਸਿੰਘ ਜੀ ਨੇ ਤੇ ਹੋਰ ਆਪਣੇ ਸਾਥੀਆਂ ਦੇ ਸਮੇਤ ਇਹ 3 ਵੱਡੀਆਂ ਫੌਜਾਂ ਦੁਨੀਆ ਦੀਆਂ, ਤੁਸੀਂ ਕਰ ਲਓ ਫਿਰ ਜੇ ਤੁਸੀਂ ਪਿੱਛੇ ਹੋ ਜਾਓ ਜਥੇਦਾਰ ਜੀ, ਆਪ ਹੀ ਯਾਰ ਆਪਾਂ ਕਰੀ ਜਾਂਦੇ ਹਾਂ। 72 ਘੰਟੇ ਇਹ 3 ਨਿਊਕਲੀਅਰ ਫੌਜਾਂ ਅੰਦਰ ਨਹੀਂ ਆਉਣ ਦਿੱਤੀਆਂ। ਔਰ ਜਦੋਂ ਸ਼ਹਾਦਤ ਪ੍ਰਾਪਤ ਕੀਤੀ ਹੈ, ਜਿੱਥੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਹੈਗੇ ਆ, ਉੱਥੇ ਸੰਤ ਜਰਨੈਲ ਸਿੰਘ ਨੇ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ। ਉਹਨਾਂ ਦੀ ਛਾਤੀ ਦੇ ਵਿੱਚ 72 ਗੋਲੀਆਂ ਲੱਗੀਆਂ ਹੋਈਆਂ ਸੀਗੀਆਂ। ਤੇ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਿਹਾ ਕਿ ਨੀਂਹ ਪੱਥਰ ਖਾਲਿਸਤਾਨ ਦਾ ਰੱਖਿਆ ਜਾਊਗਾ, ਇਹ ਘੱਲੂਘਾਰਾ ਦਿਵਸ ਜ਼ਰੂਰ ਹੈ, ਪਰ ਅਸੀਂ ਸਾਡੀ ਕੌਮ ਦਾ ਖਾਲਿਸਤਾਨ ਡੇ ਹੈ। ਅਸੀਂ ਇਸ ਨੂੰ ਮਨਾ ਰਹੇ ਹਾਂ ਔਰ ਬਹੁਤ ਸ਼ਰਧਾ ਦੇ ਨਾਲ ਮਨਾ ਰਹੇ ਹਾਂ। ਦੇਖੋ, ਅਸੀਂ ਰੱਖਿਆ ਕਰ ਰਹੇ ਹਾਂ ਦਰਬਾਰ ਸਾਹਿਬ ਦੀ, ਤੇ ਤੁਸੀਂ ਜਰਨਲਿਸਟ ਜਿਵੇਂ ਸੋਵੀਅਤ, ਬਰਤਾਨੀਆ ਤੇ ਇੰਡੀਅਨ ਫੌਜਾਂ ਲੜ ਰਹੀਆਂ ਸੀ, ਅੱਜ ਤੁਸੀਂ ਅਖਬਾਰਾਂ ਵਾਲੇ ਲੜ ਰਹੇ ਹੋ ਆਪਸ। ਫਿਰ ਇੰਟਰਵਿਊ ਕਾਹਦੀ ਹੋਊਗੀ ਅੱਜ? ਸੋ ਅੱਜ ਖਾਲਿਸਤਾਨ ਡੇ ਹੈ ਤੇ ਅਸੀਂ ਸ਼ਰਧਾਂਜਲੀ ਭੇਟ ਕਰਨ ਆਏ ਹਾਂ ਜਿਹੜੇ ਸ਼ਹੀਦਾਂ ਨੇ ਆਪਣੀ ਬਲੀ ਦਿੱਤੀ ਹੈ ਔਰ ਸਿੱਖ ਕੌਮ ਦਾ ਨਾਂ ਉੱਚਾ ਰੱਖਿਆ। ਖਾਲਿਸਤਾਨ ਇੱਕ ਇਹੋ ਜਿਹਾ ਇਲਾਕਾ ਹੋਊਗਾ, ਪੰਜਾਬ, ਜੰਮੂ ਕਸ਼ਮੀਰ, ਹਿਮਾਚਲ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਤੇ ਕੱਛ ਦਾ ਇਲਾਕਾ, ਗੁਜਰਾਤ ਦਾ, ਇਹ ਬਫਰ ਸਟੇਟ ਹੋਊਗੀ 3 ਨਿਊਕਲੀਅਰ ਪਾਵਰਸ ਦੇ ਵਿਚਾਲੇ, ਹਿੰਦੂ ਇੰਡੀਆ, ਇਸਲਾਮਿਕ ਪਾਕਿਸਤਾਨ ਤੇ ਕਮਿਊਨਿਸਟ ਚੀਨ ਦੇ ਵਿਚਾਲੇ। ਅੱਜ ਚੀਨ ਤੇ ਪਾਕਿਸਤਾਨ ਇਕੱਠੇ ਹੋ ਕੇ ਤਿੱਬਤ ਤੋਂ ਨਿਸ਼ਾਨੇ ਬਣਾ ਰਹੇ ਹੈ ਇੰਡੀਆ ਦੇ। ਜੇ ਇੱਥੇ ਪਰਮਾਣੂ ਯੁੱਧ ਹੋ ਗਿਆ, ਸਿੱਖ ਤੇ ਪੰਜਾਬੀ ਨਸਲ ਬਿਲਕੁਲ ਖਤਮ ਹੋ ਜੂ, ਕਿਉਂ ਕਰਕੇ ਇਹ ਇਲਾਕਾ ਮੈਦਾਨ ਜੰਗ ਬਣ ਜੂਗਾ। ਜਰਨਲ ਸ਼ਬੇਗ ਸਿੰਘ ਜੀ ਸਾਹਿਤ ਅਨੇਕਾਂ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਮਹਾਨ ਕੁਰਬਾਨੀਆਂ ਕੀਤੀਆਂ। ਛੋਟੇ ਛੋਟੇ ਬੱਚੇ, ਇਸਤਰੀਆਂ ਤੱਕ ਨੂੰ ਭਾਰਤੀ ਫੌਜ ਨੇ ਨਹੀਂ ਬਖਸ਼ਿਆ। ਜਿਸ ਤਰ੍ਹਾਂ 1962 ਦੇ ਵਿੱਚ ਭਾਰਤ ਨੇ ਚੀਨ ਤੇ ਹਮਲਾ ਕੀਤਾ, 1965 ਤੇ 71 ਦੇ ਵਿੱਚ ਪਾਕਿਸਤਾਨ ਤੇ ਹਮਲਾ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਜੋ ਸਿੱਖਾਂ ਦੀ ਸੁਤੰਤਰ ਪ੍ਰਭੂ ਸੱਤਾ ਦਾ ਪ੍ਰਤੀਕ ਹੈ,
ਬਿਲਕੁਲ ਪਾਕਿਸਤਾਨ ਤੇ ਚੀਨ ਵਾਂਗ ਹੀ ਇਸ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਉਸ ਔਰ ਉਹੀ ਵਿਵਹਾਰ ਕੀਤਾ ਇੱਥੇ ਜੋ ਵਿਵਹਾਰ ਜੇਤੂ ਫੌਜਾਂ ਜਿਹੜੀਆਂ ਕਿਸੇ ਮੁਲਕ ਦੀਆਂ ਉਹ ਦੂਸਰੇ ਮੁਲਕ ਦੇ ਵਿੱਚ ਜਾ ਕੇ ਉਹਨਾਂ ਦੇ ਬਸ਼ਿੰਦਿਆਂ ਦੇ ਉੱਤੇ ਵੀ ਸ਼ਾਇਦ ਨਾ ਕਰਨ, ਲੇਕਿਨ ਸਾਡੇ ਨਾਲ ਉਸ ਤੋਂ ਵੀ ਭੈੜਾ ਮਾੜਾ ਮੰਦਾ ਸਲੂਕ ਜਿਹੜਾ ਹੈ ਭਾਰਤੀ ਫੌਜ ਨੇ ਇਸ ਘੱਲੂਘਾਰੇ ਦੇ ਦੌਰਾਨ ਇਸ ਅਸਥਾਨ ਦੇ ਉੱਤੇ ਕੀਤਾ ਹੈ। ਇੱਕ ਐਸਾ ਨਸੂਰ ਹੈ ਸਿੱਖ ਕੌਮ ਦੇ ਪਿੰਡੇ ਦੇ ਉੱਤੇ ਜਿਹੜਾ ਸਾਰਾ ਸਾਲ ਰਿਸਦਾ ਰਹਿੰਦਾ ਹੈ, ਮੈਲੇ ਨਾਲ ਭਰ ਜਾਂਦਾ ਹੈ, ਪੀੜ ਕਰਦਾ ਹੈ, ਦਰਦ ਕਰਦਾ ਹੈ। ਔਰ ਅੱਜ ਦੇ ਦਿਨ ਅਸੀਂ ਖਾਲਿਸਤਾਨ ਜਿੰਦਾਬਾਦ ਕਹਿ ਕੇ ਉਸ ਮੈਲੀ ਨੂੰ ਬਾਹਰ ਕੱਢਦੇ ਹਾਂ ਤਾਂ ਕਿ ਸਾਡੀ ਪੀੜ ਠੰਡੀ ਹੋਵੇ, ਸਾਡਾ ਦਰਦ ਘੱਟ ਹੋਵੇ। ਇਹਨੂੰ ਭੁਲਾਇਆ ਨਹੀਂ ਜਾ ਸਕਦਾ, ਇਹਨੂੰ ਮੇਟਿਆ ਨਹੀਂ ਜਾ ਸਕਦਾ, ਇਹ ਹਮੇਸ਼ਾ ਤੱਕ ਯਾਦ ਰਹੂਗਾ। ਮੈਂ ਕਹਿਣਾ ਚਾਹੁੰਦਾ ਹਾਂ ਆਪ ਜੀ ਨੂੰ ਕਿ ਅਸੀਂ ਇਸ ਨਸੂਰ ਦਾ ਇਲਾਜ ਕਿਸ ਤਰ੍ਹਾਂ ਕਰਨਾ ਹੈ, ਇਹਦੀ ਦਵਾਈ ਕੀ ਹੈ ਅਸੀਂ ਜਾਣਦੇ ਹਾਂ, ਲੇਕਿਨ ਪ੍ਰਾਪਤ ਕਿਵੇਂ ਹੋਣੀ ਹੈ ਇਹ ਅਸੀਂ ਕਦੇ ਸਿਰ ਜੋੜ ਕੇ ਬੈਠ ਕੇ ਸੋਚਣ ਵਿਚਾਰਨ ਦਾ ਯਤਨ ਨਹੀਂ ਕੀਤਾ। ਅੱਜ ਜ਼ਰੂਰਤ ਹੈ ਕਿ ਅਸੀਂ ਆਪਣੇ ਮਤਭੇਦ ਭੁਲਾ ਕੇ, ਅੱਜ ਜ਼ਰੂਰਤ ਹੈ ਕਿ ਅਸੀਂ ਛੋਟੇ ਛੋਟੇ ਵਿਤਕਰੇ ਭੁਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਦੇ ਵਿੱਚ ਇਕੱਠੇ ਹੋ ਕੇ ਬੈਠੀਏ। ਇਹ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਚੀਫ ਖਾਲਸਾ ਦੀਵਾਨ ਹੈ, ਸੱਚਖੰਡ ਸ੍ਰੀ ਹਜੂਰ ਸਾਹਿਬ ਬੋਰਡ ਹੈ, ਪਟਨਾ ਸਾਹਿਬ ਬੋਰਡ ਹੈ, ਜਾਂ ਸਾਡੀਆਂ ਸੰਪਰਦਾਵਾਂ ਨੇ, ਸਾਡੀਆਂ ਸਿੱਖ ਜਥੇਬੰਦੀਆਂ ਨੇ, ਇਹ ਸਾਡੀ ਤਾਕਤ ਹੈ। ਔਰ ਇਸ ਤਾਕਤ ਨੂੰ ਕਦੇ ਅਸੀਂ ਕਮਜ਼ੋਰ ਨਹੀਂ ਹੋਣ ਦੇਣਾ ਹੈ। ਸਾਡਾ ਸਿਆਸੀ ਵਿਰੋਧ ਉਹ ਅਲੱਗ ਚੀਜ਼ ਹੈ, ਹੋਣਾ ਚਾਹੀਦਾ ਹੈ, ਲੇਕਿਨ ਇਹਨਾਂ ਸੰਸਥਾਵਾਂ ਨੂੰ ਕਮਜ਼ੋਰ ਨਹੀਂ ਕੀਤਾ ਜਾਣਾ ਚਾਹੀਦਾ ਸਿਆਸੀ ਵਿਰੋਧ ਦੀ ਆੜ ਦੇ ਵਿੱਚ। ਸਾਧ ਸੰਗਤ ਜੀ, ਸਾਨੂੰ ਬਹੁਤ ਸਾਰੀਆਂ ਈਮੇਲਸ ਆਈਆਂ ਕਿ ਅੱਜ ਦੇ ਦਿਨ ਨੂੰ ਅੰਮ੍ਰਿਤਸਰ ਨਸਲਕੁਸ਼ੀ ਐਲਾਨਿਆ ਜਾਵੇ। ਇਹ ਜਿਹੜਾ 84 ਦਾ ਘੱਲੂਘਾਰਾ ਹੈ, ਇਹ ਸਿਰਫ ਅੰਮ੍ਰਿਤਸਰ ਸਾਹਿਬ ਦੇ ਸਥਾਨ ਦੇ ਉੱਤੇ ਹੀ ਨਹੀਂ ਭਾਰਤੀ ਫੌਜ ਨੇ ਹਮਲਾ ਕੀਤਾ, ਬਲਕਿ 37 ਸਿੰਘ ਸਾਹਿਬ ਜੀ ਨੇ ਵੀ ਦੱਸਿਆ 37 ਹੋਰ ਗੁਰਧਾਮਾਂ ਦੇ ਉੱਤੇ ਵੀ ਭਾਰਤੀ ਫੌਜ ਨੇ ਹਮਲਾ ਕੀਤਾ ਤੇ ਉੱਥੇ ਵੀ ਸ਼ਹਾਦਤਾਂ ਹੋਈਆਂ ਨੇ, ਸਿੰਘਾਂ ਦੀਆਂ ਕੁਰਬਾਨੀਆਂ ਹੋਈਆਂ ਨੇ ਉੱਥੇ ਸਿੰਘਾਂ ਦੀਆਂ। ਨਸਲਕੁਸ਼ੀ ਸਾਡੀ ਹੋਈ ਹੈ 1 ਨਵੰਬਰ ਤੋਂ 4 ਨਵੰਬਰ ਤੱਕ ਲੈ ਕੇ ਦਿੱਲੀ, ਕਾਨਪੁਰ, ਟਾਟਾ ਨਗਰ ਦੀਆਂ ਸੜਕਾਂ ਦੇ ਉੱਤੇ। ਇੱਥੇ ਸਾਡੇ ਜਰਵਾਣਿਆਂ ਨੇ ਮੁਕਾਬਲਾ ਕੀਤਾ ਹੈ। ਜਿੰਨੀ ਅਕਾਲ ਪੁਰਖ ਨੇ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਮਰੱਥਾ ਬਖਸ਼ੀ ਸੀ, ਉਸ ਸਮਰੱਥਾ ਦੇ ਮੁਤਾਬਕ ਭਾਰਤੀ ਫੌਜ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ 1745 ਦੇ ਵਿੱਚ ਕਾਨੂੰਵਾਲ ਦੇ ਛੰਭ ਦੇ ਵਿੱਚ ਦਿੱਤਾ ਸੀ, ਭਾਵੇਂ 7000 ਸਿੰਘ ਬੱਚੇ ਬੱਚੀਆਂ ਸ਼ਹੀਦ ਹੋ ਗਏ। ਕੋਪਰ ਹੀੜੇ ਦੇ ਸਥਾਨ ਦੇ ਉੱਤੇ ਮਲੇਰਕੋਟਲੇ ਦੇ ਵਿੱਚ ਵੱਡੇ ਘੱਲੂਘਾਰੇ ਦੌਰਾਨ ਦਿੱਤਾ ਸੀ, ਚਾਹੇ 35000 ਸਿੰਘ ਸਿੰਘਣੀਆਂ ਸ਼ਹੀਦ ਹੋ ਗਏ। ਉਵੇਂ 1984 ਦੇ ਵਿੱਚ ਵੀ ਸਾਡੇ ਜਰਵਾਣਿਆਂ ਨੇ ਭਾਰਤੀ ਫੌਜ ਨੂੰ ਗੁਰੂ ਸਾਹਿਬ ਵੱਲੋਂ ਬਖਸ਼ੀ ਸਮਰੱਥਾ ਦੇ ਮੁਤਾਬਕ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਇਸ ਕਰਕੇ ਕੌਮ ਇਹਨੂੰ 84 ਦਾ ਘੱਲੂਘਾਰਾ ਜਿਹੜਾ ਹੈ ਉਹ ਪ੍ਰਵਾਨ ਕਰ ਚੁੱਕੀ ਹੈ। ਸਰਕਾਰ ਇਹਨੂੰ ਬਲੂ ਸਟਾਰ ਕਹਿੰਦੀ ਹੈ, ਸਰਕਾਰ ਇਹਨੂੰ ਸਾਕਾ ਨੀਲਾ ਤਾਰਾ ਕਹਿੰਦੀ ਹੈ ਕਹੀ ਜਾਵੇ। ਮੈਂ ਮੀਡੀਆ ਨੂੰ ਵੀ ਕਹਿਣਾ ਚਾਹਣਾ ਕਿ ਸਾਕਾ ਨੀਲਾ ਤਾਰਾ, ਬਲੂ ਸਟਾਰ ਆਪਰੇਸ਼ਨ, ਇਹ ਸ਼ਬਦ ਜਿਹੜਾ ਹੈ ਉਹ ਵਰਤਨ ਤੋਂ ਗੁਰੇਜ਼ ਕੀਤਾ ਜਾਏ, ਕਿਉਂਕਿ ਇਹਦੇ ਨਾਲ ਸਾਨੂੰ ਦਰਦ ਹੁੰਦਾ ਹੈ। ਇਹਨੂੰ 84 ਦਾ ਘੱਲੂਘਾਰਾ ਕਿਹਾ ਜਾਏ। ਇਹ ਘੱਲੂਘਾਰਾ ਸੀ, ਘੱਲੂਘਾਰੇ ਦਾ ਅਰਥ ਹੁੰਦਾ ਸਰਵਨਾਸ਼। ਇਹ ਸਾਡਾ ਸਰਵਨਾਸ਼ ਕਰਨ ਦਾ ਯਤਨ ਸੀ ਭਾਰਤੀ ਫੌਜ ਵੱਲੋਂ, ਜੋ ਇਸ ਅਸਥਾਨ ਦੇ ਉੱਤੇ ਕੀਤਾ ਗਿਆ। ਅਸੀਂ ਹਰ ਸਾਲ ਮਨਾਉਂਦੇ ਹਾਂ, ਮਨਾਉਣਾ ਚਾਹੀਦਾ ਵੀ ਹੈ। ਸਿਰ ਜੋੜ ਕੇ ਬੈਠੀਏ। ਅੰਤ ਦੇ ਵਿੱਚ ਮੈਂ ਇਹੋ ਕਹੂੰਗਾ, ਮਤਭੇਦ ਭੁਲਾ ਕੇ ਬੈਠੀਏ। ਸਿਆਸੀ ਵਿਰੋਧ ਆਪਣੀ ਜਗ੍ਹਾ ਹੈ, ਉਹ ਹੋਣਾ ਚਾਹੀਦਾ,
ਇੱਕ ਗੱਲ ਮੈਂ ਹੋਰ ਕਹਾਂ, ਸਾਡੀ ਖੁਸ਼ਕਿਸਮਤੀ ਵੀ ਹੈ, ਅਸੀਂ ਮਰ ਗਏ, ਲੁੱਟੇ ਗਏ, ਨਿਗਲੇ ਗਏ, ਇਹ ਸ਼ਬਦ ਬਹੁਤ ਵਰਤਦੇ ਹਾਂ, ਪਰ ਅਸੀਂ ਤਾਕਤਵਰ ਹਾਂ। ਸਾਡੇ ਤੇ ਗੁਰੂ ਸਾਹਿਬ ਦੀ ਕਿਰਪਾ ਹੈ। ਮਸਜਿਦ ਢਾ ਕੇ ਮੰਦਿਰ ਬਣਾ ਦਿੱਤਾ ਗਿਆ। ਕਈ ਮੁਲਕ ਹੈ ਮੁਸਲਮਾਨਾਂ ਦੇ, ਲੇਕਿਨ ਆਵਾਜ਼ ਨਹੀਂ ਉੱਠੀ। ਧਾਰਾ 370 ਖਤਮ ਕਰ ਦਿੱਤੀ ਗਈ, ਲੇਕਿਨ ਆਵਾਜ਼ ਨਹੀਂ ਉੱਠੀ। ਤੇ ਸਾਡੀ ਇਹ ਖੁਸ਼ਕਿਸਮਤੀ ਹੈ, ਗੁਰੂ ਸਾਹਿਬ ਦੀ ਕਿਰਪਾ ਹੈ। ਪਿਛਲੇ ਕੁਝ ਦਿਨ ਪਹਿਲਾਂ ਯੂਪੀ ਦੇ ਵਿੱਚ ਇੱਕ ਸਿੱਖ ਦੀ ਕੁੱਟਮਾਰ ਹੋਈ। ਅਮਰੀਕਾ ਤੱਕ ਸਿੱਖਾਂ ਨੇ ਵਿਰੋਧ ਕੀਤਾ, ਆਸਟ੍ਰੇਲੀਆ ਦੇ ਸਿੱਖਾਂ ਨੇ ਵਿਰੋਧ ਕੀਤਾ, ਇੰਗਲੈਂਡ ਦੇ ਸਿੱਖਾਂ ਨੇ ਵਿਰੋਧ ਕੀਤਾ। ਇਹ ਸਾਡੇ ਜਿਉਂਦੇ ਹੋਣ ਦਾ ਸਬੂਤ ਹੈ। ਪੈਰ ਦੇ ਵਿੱਚ ਜਦੋਂ ਸਾਡੇ ਕੋਈ ਮਾੜੀ ਜੀ ਚੋਭ ਮਾਰਦਾ ਹੈ ਨਾ, ਤੇ ਸਾਡੇ ਸਿਰ ਨੂੰ ਪਤਾ ਲੱਗਦਾ ਹੈ, ਸਾਡੇ ਸਰੀਰ ਨੂੰ ਪਤਾ ਲੱਗਦਾ ਹੈ, ਇਹ ਜਿੰਦਾ ਹੋਣ ਦੀ ਨਿਸ਼ਾਨੀ ਹੈ। ਸਾਡੇ ਇੱਕ ਸਿੱਖ ਦੇ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ ਭਾਰਤ ਦੀ ਧਰਤੀ ਦੇ ਉੱਤੇ ਜਾਂ ਦੁਨੀਆ ਦੇ ਕਿਸੇ ਹਿੱਸੇ ਦੇ ਉੱਤੇ, ਸਾਡੀ ਪੂਰੀ ਕੌਮ ਜਿਹੜੀ ਹੈ ਉਹ ਉੱਠ ਖੜੀ ਹੁੰਦੀ ਹੈ। ਪਾਰਲੀਮੈਂਟਾਂ ਦੇ ਸਾਹਮਣੇ ਮੁਜ਼ਾਹਰੇ ਹੁੰਦੇ ਨੇ, ਏਜੰਸੀਆਂ ਦੇ ਸਾਹਮਣੇ ਮੁਜ਼ਾਹਰੇ ਹੁੰਦੇ ਨੇ। ਇਹ ਸਾਡੇ ਜ਼ਿੰਦਾ ਹੋਣ ਦਾ ਸਬੂਤ ਹੈ। ਅਸੀਂ ਜ਼ਿੰਦਾ ਹਾਂ, ਸਾਡੇ ਤੇ ਗੁਰੂ ਸਾਹਿਬ ਦੀ ਕਿਰਪਾ ਹੈ। ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਸਾਧ ਸੰਗਤ ਜੀ। ਅੰਤ ਦੇ ਵਿੱਚ ਬਹੁਤ ਸਾਰੇ ਸਿਆਸੀ ਪਾਰਟੀਆਂ ਦੇ ਆਗੂ ਸ਼ਾਮਲ ਹੋਏ ਨੇ, ਧਾਰਮਿਕ ਸੰਪਰਦਾਵਾਂ ਦੇ ਜਥੇਬੰਦੀਆਂ ਦੇ ਮੁਖੀ ਸ਼ਾਮਲ ਹੋਏ ਨੇ, ਸ਼ਹੀਦ ਪਰਿਵਾਰਾਂ ਦੇ ਮੈਂਬਰ ਸ਼ਾਮਲ ਹੋਏ ਨੇ। ਮੈਂ ਸਭਨਾਂ ਦਾ ਹੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਸਟਾਫ, ਪ੍ਰਧਾਨ ਜੀ, ਮੈਂਬਰ ਸਾਹਿਬ, ਸਿੰਘ ਸਾਹਿਬਾਨ ਹਾਜ਼ਰ ਹੋਏ ਨੇ, ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।